ਅੰਮ੍ਰਿਤ ਵੇਲੇ ਤਖਤਾਂ 'ਤੇ ਸੁਭਾਇਮਾਨ ਹੋ ਕਰਕੇ ਅੱਜ ਜੋ ਪਾਵਨ ਉਪਦੇਸ਼ ਹੁਕਮਨਾਮੇ ਦੇ ਰੂਪ ਦੇ ਵਿੱਚ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਪੰਜਵੇਂ ਗੁਰੂਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਰਾਗ ਸੋਰਠ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 629 ਤੇ ਆਰੰਭ ਹੋ ਕਰਕੇ 630 ਅੰਗ ਤੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕਰਨ ਗੁਰਬਾਣੀ ਦੀ ਵਿਚਾਰ ਕਰ ਸਕੀਏ। ਆਓ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣਾ ਕਰੀਏ। ਆਪ ਜਿਤਨੀ ਸੰਗਤ ਬੈਠੇ ਹੋ ਮਨ ਬਿਰਤੀਆਂ ਕਰੋ ਇਕਾਗਰ, ਬੜੇ ਹੀ ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਰਾਗ ਸੋਰਠ ਦੇ ਅੰਦਰ ਕਿਰਪਾ ਕਰ ਰਹੇ ਨੇ। ਆਗੈ ਸੁਖ ਮੇਰੇ ਮਿੱਤਾ। ਆਗੇ ਦੇ ਅਰਥ ਨੇ ਅੱਗੇ। ਹੁਣ ਮਨੁੱਖ ਨੂੰ ਜਦੋਂ ਕਿਹਾ ਜਾਂਦਾ ਹੈ ਕਿ ਅੱਗੇ ਸੁੱਖ ਹੋਵੇਗਾ, ਤੇ ਸਾਡੀ ਮਾਨਸਿਕਤਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਕੱਲਾ ਆਉਣ ਵਾਲਾ ਜਿਹੜਾ ਸਮਾਂ ਹੈ, ਜਿਹੜਾ ਕੱਲ੍ਹ ਆਉਣਾ ਹੈ, ਪਰਸੋਂ ਆਉਣਾ ਹੈ, ਅਗਲਾ ਮਹੀਨਾ, ਅਗਲਾ ਸਾਲ, ਇਹ ਸੁੱਖ ਹੋਏਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅੱਗੇ ਇਸ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਮਾਂ ਆ ਜਾਂਦਾ ਹੈ, ਤੇ ਇਸ ਜੀਵਨ ਤੋਂ ਬਾਅਦ ਵਿੱਚ ਵੀ ਸਮਾਂ ਹੈ। ਜ਼ਿੰਦਗੀ ਦੇ ਵਿੱਚ ਵੀ ਸਮਾਂ ਤੇ ਜ਼ਿੰਦਗੀ ਤੋਂ ਬਾਅਦ ਵਾਲਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸੁੱਖ ਪੈਦਾ ਕਰ ਦਿੱਤਾ, ਤੇ ਪੈਦਾ ਕਿਸ ਨੇ ਕੀਤਾ? ਮੇਰੇ ਮੀਤਾ, ਮੇਰੇ ਮਾਲਕ ਨੇ, ਮੇਰੇ ਵਾਹਿਗੁਰੂ ਨੇ, ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ ਕਿ ਜੀਵਨ ਦੇ ਵਿੱਚ ਅਗਲੇਰੇ ਸਮੇਂ ਦੇ ਵਿੱਚ ਸੁੱਖ ਪੈਦਾ ਹੋ ਗਿਆ। ਅੱਗੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪਾਤਸ਼ਾਹੀ ਆਨੰਦ ਪ੍ਰਭ ਕੀਤਾ, ਪਿਛਲੇ ਸਮੇਂ 'ਚ ਆਨੰਦ ਪੈਦਾ ਕਰਤਾ। ਪਰ ਕਈ ਵਾਰੀ ਮਨ ਦੇ ਵਿੱਚ ਸਵਾਲ ਆਏਗਾ ਕਿ ਜਿਹੜਾ ਸਮਾਂ ਤਾਂ ਸਾਡਾ ਲੰਘ ਗਿਆ ਉਹਦੇ ਵਿੱਚ ਆਨੰਦ ਹੋਵੇ ਜਾਂ ਨਾ ਹੋਵੇ, ਫਿਰ ਉਹਦਾ ਕੀ ਲਾਭ ਹੋਵੇਗਾ ਸਾਨੂੰ? ਅੱਜ ਮੰਨ ਲਓ ਅੱਜ ਸ਼ਨੀਵਾਰ ਹੈ, ਕੱਲ੍ਹ ਸ਼ੁੱਕਰਵਾਰ ਸੀ। ਹੁਣ ਇੱਥੇ ਤੁਹਾਨੂੰ ਇਹ ਕਹਿ ਦਈਏ ਕਿ ਤੁਹਾਡੇ ਪਿਛਲੇ ਸਮੇਂ 'ਚ ਆਨੰਦ ਪੈਦਾ ਹੋ ਜਾਏਗਾ। ਜਿਹੜਾ ਕੱਲ੍ਹ ਲੰਘ ਗਿਆ, ਸ਼ੁੱਕਰਵਾਰ ਚਲੋ ਲੰਘ ਗਿਆ ਜੀ, ਤੁਸੀਂ ਕਹੋਗੇ ਉਹ ਜਿਹੜਾ ਲੰਘ ਗਿਆ ਸੀ ਉਹਨੂੰ ਹੁਣ ਕੀ ਕਰਾਂਗੇ? ਜਿਸ ਤਰ੍ਹਾਂ ਦਾ ਸੀ, ਚੰਗਾ ਸੀ, ਮਾੜਾ ਸੀ, ਦੁੱਖ ਸੀ ਜਾਂ ਸੁੱਖ ਸੀ, ਜਿਹੜਾ ਬੀਤ ਚੁੱਕਾ ਉਹਦੇ ਨਾਲ ਅਸੀਂ ਕਹਾਂਗੇ ਨਹੀਂ ਸਾਡਾ ਫਿਰ ਸੰਬੰਧ ਥੋੜ੍ਹੀ ਹੈ। ਪਰ ਅਸਲ ਦੇ ਵਿੱਚ ਇੱਥੇ ਜਿਹੜਾ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨਾ ਪਾਤਸ਼ਾਹ, ਇੱਥੇ ਪਾਤਸ਼ਾਹ ਦੇ ਵਿਚਕਾਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨਾ ਮਨ ਨੂੰ ਖੜਾ ਕੀਤਾ ਹੈ। ਮਨ, ਵਿਦਵਾਨ ਕਹਿੰਦੇ ਨੇ ਮਨ ਇੱਕ ਸੇਤੂ ਦੇ ਵਾਂਗ ਹੁੰਦਾ ਹੈ, ਇੱਕ ਪੁੱਲ ਦੇ ਵਾਂਗ ਹੁੰਦਾ ਹੈ। ਮਨ ਕਰਕੇ ਹੀ ਕੋਈ ਬੰਦਾ ਧਰਮੀ ਹੋ ਸਕਦਾ ਹੈ, ਤੇ ਮਨ ਕਰਕੇ ਹੀ ਕੋਈ ਬੰਦਾ ਪਾਪੀ ਹੋ ਸਕਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿੰਨੇ ਮਤ ਦੇ ਵੈਸੇ ਅੱਖਰੀ ਅਰਥ ਵੀ ਇਹ ਹੁੰਦੇ ਨੇ। ਮਨੁਸ਼ ਇੱਕ ਸ਼ਬਦ ਹੈ ਜੀ, ਮਨੁਸ਼, ਸੰਸਕ੍ਰਿਤ ਦਾ ਮਨੁਸ਼। ਇਹ ਮਨੁਸ਼ ਤੋਂ ਮਨ ਸ਼ਬਦ ਜਿਹੜਾ ਹੈ ਪੈਦਾ ਹੋਇਆ, ਮਨੁਸ਼ ਤੋਂ। ਤੇ ਮਨੁਸ਼ ਦੇ ਅਰਥ ਹੁੰਦੇ ਨੇ ਸੰਕਲਪ ਤੇ ਵਿਕਲਪ ਤਿਆਰ ਕਰਨੇ। ਸੰਕਲਪ ਤੇ ਵਿਕਲਪ ਮਨ ਦੇ ਵਿੱਚ, ਇਸ ਤਰ੍ਹਾਂ ਕਹਿ ਲਓ ਕਿ ਮਨ ਇੱਕ ਜਨਮਦਾਤਾ ਹੈ। ਇੱਕ ਜਨਮ ਮਾਤਾ ਪਿਤਾ ਦੇ ਕੁੱਖ ਚੋਂ, ਮਾਤਾ ਪਿਤਾ ਦੇ ਸੰਜੋਗ ਤੋਂ ਜੀਵ ਦਾ ਹੁੰਦਾ ਹੈ। ਇੱਕ ਜਨਮ
ਮਨ ਦੇ ਵਿੱਚੋਂ ਹੋ ਰਿਹਾ ਹੈ। ਮਨ ਦੇ ਵਿੱਚੋਂ ਜਿਹੜੇ ਜਨਮ ਹੋ ਰਹੇ ਨੇ ਉਹਦੇ ਵਿੱਚੋਂ ਜਾਂ ਤੇ ਪੁੰਨ ਦੇ ਜਨਮ ਹੋ ਰਹੇ ਤੇ ਜਾਂ ਪਾਪ ਦੇ ਜਨਮ ਹੁੰਦੇ ਪਏ, ਜਾਂ ਮਨ ਦੇ ਵਿੱਚੋਂ ਚੰਗੇ ਖਿਆਲ ਪੈਦਾ ਹੁੰਦੇ ਨੇ ਜਾਂ ਮਨ ਦੇ ਵਿੱਚੋਂ ਬੁਰੇ ਖਿਆਲ ਪੈਦਾ ਹੁੰਦੇ ਨੇ। ਹੁਣ ਮਨ ਇੱਕ ਬੀਜ ਦਾ ਕੰਮ ਵੀ ਕਰਦਾ ਪਿਆ ਹੈ, ਬੀਜ ਦਾ ਕੰਮ ਕਰਦਾ ਹੈ। ਹੁਣ ਜੈਸਾ ਬੀਜ ਪੈਦਾ ਕਰਦੀ ਹੈ ਜਾਂ ਜੈਸਾ ਬੀਜ ਅਸੀਂ ਜ਼ਮੀਨ ਦੇ ਵਿੱਚ ਪਾ ਦਈਏ ਉਸੇ ਤਰ੍ਹਾਂ ਦਾ ਫਿਰ ਉੱਗ ਖਲੋਂਦਾ ਹੈ। ਜੇ ਸਿੱਧੇ ਸ਼ਬਦ ਦੇਖਣੇ ਹੋਣ ਤੇ ਸਿੱਧੇ ਸ਼ਬਦ ਇਹ ਨੇ, ਜੇ ਮਨ ਬੁਰੇ ਕਰਮ ਕਰੇਗਾ ਤਾਂ ਜੀਵ ਹਮੇਸ਼ਾ ਦੁਖੀ ਰਹੇਗਾ। ਮਨ ਸਿਰਫ ਪ੍ਰੇਰਨਾ ਦਿੰਦਾ ਹੈ, ਕਰਾਉਂਦਾ ਉਹ ਸਰੀਰ ਦੇ ਰਾਹੀਂ ਹੈ। ਮਨ ਆਪ ਕੁਝ ਨਹੀਂ ਕਰਦਾ, ਕਿਉਂਕਿ ਮਨ ਜਿਹੜਾ ਇਹ ਕੋਈ ਸਥੂਲ ਵਸਤੂ ਨਹੀਂ। ਸਰੀਰ ਦੇ ਵਿੱਚ ਜੇਕਰ ਅਸੀਂ ਸਾਰੇ ਅੰਗ ਦੇਖੀਏ ਤਾਂ ਸਾਨੂੰ ਸਾਰੇ ਅੰਗ ਮਿਲ ਜਾਂਦੇ ਨੇ, ਪਰ ਮਨ ਕਿਤੇ ਵੀ ਨਹੀਂ ਮਿਲਦਾ ਸਰੀਰ ਦੇ ਵਿੱਚ। ਮਨ ਇੰਨਾ ਕੁ ਸੂਖਸ਼ਮ ਹੈ ਕਿ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਮਨ ਇੰਨਾ ਸੂਖਸ਼ਮ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਇੱਕ ਸਿੱਧੀ ਦੀ ਗੱਲ ਕਰਦੇ ਨੇ, ਇੱਕ ਸਿੱਧੀ ਕਹੀ ਜਾਂਦੀ ਆ ਕਿ ਉਹ ਸਿੱਧੀ ਹੁੰਦੀ ਹੈ ਕਿ ਇਨਸਾਨ ਆਪਣੇ ਆਪ ਨੂੰ ਸੂਖਸ਼ਮ ਕਰਕੇ ਤੇ ਆਕਾਸ਼ ਪਤਾਲਾਂ ਦੇ ਚੱਕਰ ਲਾ ਕੇ ਆ ਸਕਦਾ ਹੈ। ਸਾਇੰਸ ਅੱਜ ਤੱਕ ਇੰਨੀ ਤਰੱਕੀ ਨਹੀਂ ਕਰ ਸਕੀ, ਬਹੁਤ ਕੀਤੀ ਹੈ ਪਰ ਇੰਨੀ ਨਹੀਂ ਤਰੱਕੀ ਕਰ ਸਕੀ। ਸਾਇੰਸ ਅੱਜ ਤੱਕ ਬਹੁਤ ਤੇਜ਼ ਜਿਹੜੀਆਂ ਰਫ਼ਤਾਰ ਵਾਲੀਆਂ ਚੀਜ਼ਾਂ ਬਣਾ ਸਕੀ, ਟ੍ਰੇਨ ਬਣਾਈ, ਜਹਾਜ਼ ਬਣਾਏ, ਰਾਕਟ ਬਣਾਏ, ਪਰ ਜਿੰਨੀ ਦੂਰੀ, ਜਿੰਨੀ ਛੇਤੀ ਮਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚ ਜਾਂਦਾ ਹੈ, ਇੰਨੀ ਛੇਤੀ ਹੋਰ ਕੋਈ ਵੀ ਵਸਤੂ ਨਹੀਂ ਪਹੁੰਚ ਸਕਦੀ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਗਸ਼ੇਨ ਨੈਣ ਪਾਰੇਨ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਗਸ਼ੇਨ ਨੈਣ ਪਾਰੇਨ, ਬਿਨਾਂ ਸਾਧੂ ਨਾ ਸਿੱਧਿਅਤੇ। ਜਿੱਦਾਂ ਅਸੀਂ ਅੱਖ ਨੂੰ ਇੱਕ ਵਾਰੀ ਬੰਦ ਕਰਕੇ ਤੇ ਖੋਲ੍ਹ ਲੈਂਦੇ ਹਾਂ, ਪਲਕ ਝਪਕਣਾ। ਕਹਿੰਦੇ ਮਨ ਦੀ ਤੀਬਰਤਾ ਇੰਨੀ ਤੇਜ਼ ਹੁੰਦੀ ਹੈ ਕਿ ਅੱਖ ਬੰਦ ਕਰਕੇ ਝਮਕਣ ਦੇ ਸਮੇਂ ਨਾਲ ਇਹ ਕਈ ਖੰਡਾਂ ਬ੍ਰਹਿਮੰਡਾਂ ਦਾ ਜਿਹੜਾ ਹੈ ਭਰਮਣ ਕਰਕੇ ਆ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਵਿਚਕਾਰ ਮਨ ਖਲੋਤਾ ਹੈ ਤੇ ਇੱਕ ਪਾਸੇ ਸਰੀਰ ਹੈ ਤੇ ਦੂਸਰੇ ਪਾਸੇ ਆਤਮਾ ਹੈ। ਇੱਕ ਪਾਸੇ ਮਨ ਦੇ ਸਰੀਰ ਹੈ, ਦੂਸਰੇ ਪਾਸੇ ਆਤਮਾ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਆਗੇ ਸੁਖ ਮੇਰੇ ਮੀਤਾ। ਜਦੋਂ ਇਹ ਤੇਰੇ ਤੋਂ ਸਰੀਰ ਨਹੀਂ ਹੋਏਗਾ, ਗੁਰੂ ਤੇਰੀ ਆਤਮਾ ਨੂੰ ਸੁੱਖ ਦੇ ਵਿੱਚ ਰੱਖ ਦੇਗਾ, ਉੱਥੇ ਟਿਕਾ ਦੇਗਾ ਜਿੱਥੇ ਸਤਿਗੁਰ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਬੇਗਮਪੁਰਾ ਹੈ। ਗਮ ਕੋਈ ਨਹੀਂ, ਦੁੱਖ ਕੋਈ ਨਹੀਂ, ਤਕਲੀਫ ਕੋਈ ਨਹੀਂ, ਚਿੰਤਾ ਝੋਰੇ ਕੋਈ ਵੀ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਮ, ਦੁਖ ਅੰਦੋਹ ਨਹੀਂ ਤਹਿ ਠਾਓ। ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕਹਿੰਦੇ ਜਦੋਂ ਸਰੀਰ ਹੋਵੇਗਾ, ਪਾਛੇ ਆਨੰਦ ਪ੍ਰਭ ਕੀਤਾ। ਪਾਛੇ ਪਿੱਛੇ ਸਰੀਰ ਹੈ, ਅੱਗੇ ਆਤਮਾ ਹੈ ਤੇ ਪਿੱਛੇ ਸਰੀਰ ਹੈ। ਕਿਉਂਕਿ ਅੱਗੇ ਅਸੀਂ ਕਹਿ ਦਿੰਦੇ, ਬਾਣੀ 'ਚ ਪ੍ਰਮਾਣ ਹੈ ਕਿ ਅੱਗੇ ਦੇਹ ਜਾਤ ਨਾ ਜਾਏ, ਨਾ ਤੇ ਅੱਗੇ ਸਰੀਰ ਜਾਂਦਾ ਹੈ ਤੇ ਨਾ ਅੱਗੇ ਜਿਹੜੀ ਅਸੀਂ ਕਹਿੰਦੇ ਨਾ, ਮੈਂ ਫਲਾਨੀ ਜਾਤ, ਮੇਰੀ ਫਲਾਨੀ ਕੁੱਲ, ਮੇਰਾ ਫਲਾਨਾ ਤਖੱਲੁਸ, ਮੇਰੀ ਸਬ ਕਾਸਟ ਆਹ ਵਾਲੀ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ, ਨਾ ਤੇ ਅੱਗੇ ਤੇਰੇ ਲਕਬ ਲੱਗੇ ਹੋਏ, ਜੋ ਤੂੰ ਸਰਨੇਮ ਲਾਉਣਾ ਹੈ, ਜੋ ਤੂੰ ਲਕਬ ਲਾ ਦੇਣਾ ਹੈ, ਜੋ ਤੂੰ ਜਾਤ ਲਾਉਣਾ ਹੈ, ਨਾ ਤੇ ਅੱਗੇ ਇਸ ਨੇ ਜਾਣਾ ਹੈ ਤੇ ਨਾ ਜਿੰਦੇ ਨਾਲ ਤੂੰ ਲਾਉਂਦਾ ਪਿਆ ਨਾ ਉਹਨੇ ਜਾਣਾ ਹੈ। ਸਰੀਰ ਦੇ ਨਾਲ ਹੀ ਲਾਉਂਦੇ ਹਾਂ ਨਾ ਅਸੀਂ, ਮੈਂ ਫਲਾਨਾ ਸਿੰਘ ਤੇ ਮੇਰੀ ਫਲਾਨੀ ਜਾਤ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਦੋਨਾਂ ਨੇ ਹੀ ਨਹੀਂ ਜਾਣਾ, ਅੱਗੇ ਦੇਹ ਜਾਤ ਨਾ ਜਾਏ, ਅੱਗੇ ਕੇਵਲ ਆਤਮਾ ਜਾਂਦੀ ਹੈ। ਤੇ ਆਤਮਾ ਜਦੋਂ ਜਾਂਦੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਫਿਰ ਜਿੱਦਾਂ ਦੇ ਮਨ ਨੇ ਪ੍ਰੇਰਨਾ ਕੀਤੀ ਹੁੰਦੀ ਹੈ, ਮਨ ਪ੍ਰੇਰਨਾ ਕਰਦਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ।
ਹੁਣ ਮਨ ਨੂੰ ਤਾਂ ਸਾਰਾ ਕੁਝ ਪਤਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਪਤਾ ਹੈ ਕਿ ਸਾਹਮਣੇ ਆ ਜ਼ਹਿਰ ਪਿਆ ਤੇ ਮੈਂ ਨਹੀਂ ਖਾਣਾ। ਮਨ ਨੂੰ ਪਤਾ ਹੈ ਕਿ ਸਾਹਮਣੇ ਆ ਧਨ ਪਿਆ ਹੈ ਤੇ ਮੇਰਾ ਨਹੀਂ ਹੈ, ਇਹਦੇ ਤੇ ਮੇਰਾ ਹੱਕ ਨਹੀਂ, ਮੈਨੂੰ ਚੁੱਕਦਾ ਚੰਗਾ ਨਹੀਂ ਲੱਗਦਾ। ਮਨ ਸਭ ਕੁਝ ਜਾਣਦਾ ਪਿਆ ਹੈ ਔਰ ਜਾਣ ਕੇ ਵੀ ਉਹੀ ਕਰਮ ਕਰਦਾ ਪਿਆ ਜਿਹੜੇ ਨਹੀਂ ਕਰਨ ਵਾਲੇ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੇ। ਸਤਿਗੁਰੂ ਮਹਾਰਾਜ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਹੱਟ ਪਟਨ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ। ਕਿਸੇ ਦਾ ਬੂਹਾ ਤੋੜ ਲਿਆ, ਕਿਸੇ ਦੀ ਅਲਮਾਰੀ ਤੋੜ ਲਈ, ਚੋਰੀ ਕਰ ਲਈ, ਤੇ ਚੋਰੀ ਕਰਕੇ ਕਿੱਥੇ ਆਇਆ? ਘਰ ਦੇ ਵਿੱਚ ਆ ਗਿਆ। ਜਦੋਂ ਚੋਰੀ ਕਰਨ ਗਿਆ ਸੀ, ਕਹਿੰਦੇ ਨੇ, ਅੱਗੋਂ ਦੇਖਿਆ ਪਿੱਛੋਂ ਦੇਖੇ, ਤੁਰਤੇ ਕਹਾਂ ਛੁਪਾਵੇ। ਜਦੋਂ ਚੋਰੀ ਕਰਨ ਗਿਆ ਤਾਂ ਸੋਚਦਾ ਮੈਨੂੰ ਕੋਈ ਵੇਂਦਾ ਤੇ ਨਹੀਂ ਪਿਆ, ਅਗਲੇ ਪਾਸੇ ਨੂੰ ਵੀ ਵੇਖ ਲਿਆ, ਨਹੀਂ ਅੱਗੋਂ ਕੋਈ ਨਹੀਂ ਆਉਂਦਾ, ਪਿੱਛੇ ਵੀ ਵੇਖ ਲਿਆ, ਪਿੱਛੇ ਵੀ ਕੋਈ ਨਹੀਂ ਆਉਂਦਾ। ਚੋਰੀ ਕਰਦਾ ਪਿਆ, ਅੱਗੋਂ ਦੇਖੇ ਪਿੱਛੋਂ ਦੇਖੇ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਤੁਝ ਤੇ ਕਹਾਂ ਛੁਪਾਵੇ, ਤੇਰੇ ਤੋਂ ਕਿੱਥੇ ਛੁਪਾ ਸਕਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮਨ ਦੇ ਪਿੱਛੇ ਲੱਗ ਕੇ ਇੰਨਾ ਕੁ ਕਰਮਾਂ 'ਚ ਪ੍ਰਵਿਰਤ ਹੋ ਜਾਂਦਾ ਹੈ ਕਿ ਕਰਤ ਵਿਕਾਰ ਦੋ ਕਰ ਚਾਰਤ। ਦੋ ਕਰ, ਦੋਵੇਂ ਹੱਥ, ਕਹਿੰਦੇ ਵਿਕਾਰ ਕਰਕੇ ਨਾ, ਕੋਈ ਵੀ ਕਿਸੇ ਕਿਸਮ ਦਾ ਵੀ ਵਿਕਾਰ ਮਨ ਦੇ ਪਿੱਛੇ ਲੱਗ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ, ਆਸ਼ਰਿਤ ਹੋ ਕੇ ਜਦੋਂ ਵਿਕਾਰ ਕਰਦਾ, ਫਿਰ ਦੋਵੇਂ ਹੱਥ ਚਾੜ ਲੈਂਦਾ। ਕਹਿੰਦਾ ਮੈਨੂੰ ਕਿੰਨੇ ਦੇਖਿਆ, ਜਾਂ ਹੰਕਾਰ ਦੇ ਵਿੱਚ ਕਹੇਗਾ ਮੇਰਾ ਕੋਈ ਕੀ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਵਿਕਾਰ ਕਰਕੇ ਜੀਵ ਦੁਖੀ ਹੁੰਦਾ ਪਿਆ ਹੈ, ਪਰ ਜਿਸ ਵੇਲੇ ਉਹ ਸ਼ਰਨ ਦੇ ਵਿੱਚ ਆ ਜਾਂਦਾ ਹੈ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਸ਼ਰਨ ਦੇ ਵਿੱਚ ਆ ਕੇ ਉਹ ਅਰਦਾਸ ਕਰੇ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਕਿ ਮਹਾਰਾਜ ਦੇਖੋ, ਅਰਦਾਸ ਸਾਡੀ ਦੋ ਹੁੰਦੀਆਂ ਨੇ ਅਰਦਾਸਾਂ, ਆ ਲੋੜਾਂ ਤੋਂ ਬਗੈਰ ਜਿਹੜੀ, ਜਦੋਂ ਜਿਸ ਦਿਨ ਬੰਦੇ ਦੇ ਅੰਦਰ ਪਛਤਾਤਾਪ ਪੈਦਾ ਹੁੰਦਾ ਹੈ, ਪਛਤਾਤਾਪ ਪਛਤਾਵਾ ਜਿਸ ਦਿਨ ਅੰਦਰ ਪੈਦਾ ਹੋ ਜੇ, ਤੇ ਪਛਤਾਵੇ ਦਾ ਡਿੱਗਿਆ ਹੋਇਆ ਇੱਕ ਅਥਰੂ ਜਿਹੜਾ ਹੈ, ਉਹ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਪਰ ਇਹ ਨਹੀਂ ਹੁੰਦਾ ਕਿ ਅੱਜ ਪਛਤਾਵਾ ਕੀਤਾ ਤੇ ਕੱਲ੍ਹ ਨੂੰ ਫਿਰ ਗੁਨਾਹ ਕਰਨ ਲੱਗ ਪਏ, ਅੱਜ ਮਾਫੀ ਮੰਗ ਲਈ ਤੇ ਕੱਲ੍ਹ ਫਿਰ ਉਹੀ ਕਰਮ ਕਰਨ ਲੱਗ ਪਏ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਅੱਗੇ ਝੁੱਕ ਕੇ ਅਰਦਾਸ ਕਰ, ਮਹਾਰਾਜ ਮੈਂ ਪਿਛਲੇ ਕਰਮ ਕੀਤੇ, ਮੈਂ ਇਹਨਾਂ ਦੇ ਦੁੱਖ ਨੂੰ ਭੋਗ ਨਹੀਂ ਸਕਦਾ, ਕਿਰਪਾ ਕਰਕੇ ਤੁਸੀਂ ਬਖਸ਼ ਸਕਦੇ ਹੋ, ਤੁਸੀਂ ਬਖਸ਼ਣਹਾਰ ਹੋ। ਤੇ ਦੂਸਰੀ ਅਰਦਾਸ ਇਹ ਆਪਣੇ ਵਾਸਤੇ ਕਰਨੀ ਹੈ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਕਿ ਅੱਗੇ ਅਸੀਂ ਇੱਦਾਂ ਦੇ ਔਗਣ ਨਾ ਕਰ ਸਕੀਏ, ਆਗੇ ਮਾਰਗ ਪਾਵੇ, ਅੱਗੇ ਆਪਣੇ ਰਸਤੇ 'ਤੇ, ਗੁਰਮਤ ਦੇ ਰਸਤੇ 'ਤੇ ਤੋਰ ਦਿਓ, ਪਿਛਲੇ ਗੁਨਾਹ ਬਖਸ਼ਾਉਣ ਦੀ, ਤੇ ਅਗਲੇ ਪਾਸੇ ਫਿਰ ਜਦੋਂ ਤੁਰਨਾ ਹੈ ਤੇ ਉਦੋਂ ਇਸ ਪਾਸੇ ਨਾ ਤੁਰ ਸਕੀਏ, ਉਦੋਂ ਇਸ ਸਰੀਰ ਦੇ ਰਾਹੀਂ ਗੁਨਾਹ ਨਾ ਕਰ ਸਕੀਏ, ਮਨ ਦੇ ਵਿੱਚ ਪੈੜੇ ਫੁਰਨੇ ਨਾ ਆ ਸਕਣ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ, ਜਦੋਂ ਇਸ ਤਰ੍ਹਾਂ ਦੀ ਬਿਰਤੀ ਬਣਾ ਕੇ ਕੋਈ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏ, ਤੇ ਸਤਿਗੁਰੂ ਕਹਿੰਦੇ ਨੇ, ਆਗੇ ਸੁੱਖ ਮੇਰੇ ਮੀਤਾ, ਉਹਦਾ ਜੀਵਨ ਅਗਲੇਰਾ ਜੀਵਨ ਸੁਖੀ ਹੋ ਜਾਂਦਾ ਹੈ। ਗੁਰੂ ਦੇ ਅੰਦਰ ਸਮਰੱਥਾ ਇੰਨੀ ਹੈ ਕਿ ਜਿਵੇਂ ਲੱਕੜਾਂ ਬਹੁਤ ਸਾਰੀਆਂ ਹੋਣ ਤੇ ਇੱਕ ਡੱਬੀ ਦੀ ਤੀਲੀ ਜਿਹੜੀ ਹੈ ਉਹ ਸਾਰੀਆਂ ਲੱਕੜਾਂ ਨੂੰ ਭਸਮ ਕਰ ਦਿੰਦੀ, ਇਸੇ ਤਰ੍ਹਾਂ ਗੁਰੂ ਜਿਹੜਾ ਹੈ, ਉਹਦਾ ਦਿੱਤਾ ਹੋਇਆ ਸ਼ਬਦ, ਉਹਦਾ ਜਪਾਇਆ ਹੋਇਆ ਨਾਮ, ਕੀਤੇ ਹੋਏ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ। ਆਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਾਪਤ ਕੀਤਾ। ਪਿੱਛੇ ਸਰੀਰਕ ਰੂਪ 'ਤੇ ਵੀ ਸੁਖੀ ਹੋ ਗਿਆ, ਮਨ ਕਰਕੇ ਵੀ ਸੁਖੀ ਹੋ ਗਿਆ, ਤੇ ਜਿਸ ਦਿਨ ਸਰੀਰ ਛੱਡਿਆ, ਆਤਮਿਕ ਤੌਰ 'ਤੇ ਵੀ ਉਹ ਆਨੰਦ ਦੇ ਵਿੱਚ ਟਿਕਿਆ ਰਿਹਾ। ਸਤਿਗੁਰੂ ਮਹਾਰਾਜ ਕੀ ਕਹਿੰਦੇ ਨੇ, ਪਰਮੇਸ਼ਰ ਬਣਤ ਬਣਾਈ, ਉਸ ਮਾਲਕ ਨੇ ਇਹ ਬਣਤਰ ਬਣਾ ਦਿੱਤੀ ਆ, ਉਸ ਮਾਲਕ ਨੇ ਇਹ ਕਿਰਪਾ ਕਰ ਦਿੱਤੀ ਆ ਕਿ ਜੀਵ ਜਿਹੜਾ ਤਾਂ ਮਾਲਕ ਦੀ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਚੱਲਦਾ ਹੈ, ਉਹਦੇ ਜੀਵਨ ਦੇ ਵਿੱਚ ਦੁੱਖ ਨਹੀਂ ਰਹਿੰਦਾ। ਉਹ ਜੀਵਨ ਕਰਕੇ ਅੱਗੇ ਆਤਮਿਕ ਕਰਕੇ, ਮਨ ਕਰਕੇ ਉਹ ਟਿਕ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਤੇ ਸੁਖੀ ਜੀਵਨ ਦੇ ਵਿੱਚ ਉਹਦਾ ਵਾਸਾ ਹੁੰਦਾ ਹੈ।
ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹਨੇ ਇਸ ਤਰ੍ਹਾਂ ਦੀ ਬੰਤਰ ਬਣਾਈ ਹੈ ਕਿ ਜਿਹੜਾ ਉਸ ਦੇ ਨਾਲ ਡੁਰ ਜਾਂਦਾ ਹੈ, ਜਿਹੜਾ ਉਹਦਾ ਆਸਰਾ ਲੈ ਲੈਂਦਾ ਹੈ, ਤੇ ਸਤਿਗੁਰੂ ਕਹਿੰਦੇ ਨੇ ਫਿਰ ਡੋਲਤ ਕਤਹੂ ਨਾਹੀ, ਉਹ ਫਿਰ ਨਹੀਂ ਡੋਲਦਾ ਜੀ, ਉਹਨੂੰ ਗੁਰੂ ਆਸਰਾ ਦੇ ਦਿੰਦਾ ਹੈ। ਰਜਨੀਸ਼ ਓਸ਼ੋ ਕਹਿੰਦੇ ਕਿ ਗੁਰੂ ਇਸ ਤਰ੍ਹਾਂ ਦਾ ਜਿਵੇਂ ਘੁਮਿਆਰ ਹੋਵੇ। ਕਹਿੰਦੇ ਘੁਮਿਆਰ ਜਦੋਂ ਕੱਚਾ ਭਾਂਡਾ ਬਣਾਉਂਦਾ ਹੈ, ਕੱਚਾ ਘੜਾ ਬਣਾਉਂਦਾ ਹੈ, ਤੇ ਕਹਿੰਦੇ ਉਹ ਬਾਹਰਲੇ ਪਾਸੇ ਉਹਨੂੰ ਉਹਦਾ ਆਕਾਰ ਦੇਣ ਵਾਸਤੇ ਤੇ ਸੱਟ ਮਾਰਦਾ ਰਹਿੰਦਾ ਬਾਹਰਲੇ ਪਾਸਿਓਂ। ਹੁਣ ਘੜਾ ਬਿਲਕੁਲ ਕੱਚਾ ਸੀ, ਅਜੇ ਟੁੱਟ ਸਕਦਾ ਸੀ, ਪਰ ਉਹ ਟੁੱਟਦਾ ਕਿਉਂ ਨਹੀਂ? ਕਹਿੰਦੇ ਉਹ ਅੰਦਰਲੇ ਪਾਸਿਓਂ ਘੁਮਿਆਰ ਨੇ ਹੱਥ ਦੇ ਕੇ ਰੱਖਿਆ ਹੁੰਦਾ ਹੈ, ਉਹ ਅੰਦਰੋਂ ਵੀ ਹੱਥ ਦਿੰਦਾ ਤੇ ਬਾਹਰੋਂ ਠੋਕਰ ਵੀ ਮਾਰ ਲੈਂਦਾ ਹੈ, ਟੁੱਟਦਾ ਤਾਂ ਵੀ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਫਿਰ ਡੋਲਤ ਕਤਹੂ ਨਾਹੀ। ਕਈ ਵਾਰੀ ਜੀਵ ਇਨਸਾਨ ਜਿਹੜਾ ਹੈ ਉਹ ਗੁਰੂ ਦੀ ਸੰਗਤ ਵਿੱਚ ਰਹਿ ਕੇ ਨਿਮਰਤਾ ਦੇ ਵਿੱਚ ਤਾਂ ਰਹਿੰਦਾ ਹੈ, ਤੇ ਪਰ ਕਈ ਵਾਰੀ ਅੰਦਰ ਹੰਕਾਰ ਦਾ ਬੀਜ ਪੁੰਗਰਨ ਲੱਗ ਪੈਂਦਾ ਹੈ। ਹੰਕਾਰ ਦਾ ਬੀਜ ਜਦੋਂ ਪੁੰਗਰਦਾ ਹੈ ਤੇ ਗੁਰੂ ਕਈ ਵਾਰੀ ਇਸ ਤਰ੍ਹਾਂ ਦੀ ਕਿਰਪਾ ਕਰਦਾ ਹੈ ਕਿ ਪ੍ਰੀਖਿਆ ਦੇ ਵਿੱਚੋਂ ਪਾ ਕੇ ਵੀ ਉਹਨੂੰ ਕੱਢ ਦਿੰਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਵੀ ਫਿਰ ਡੋਲਤ ਕਤਹੂ ਨਾਹੀ, ਇਹ ਉਹਨੇ ਬੰਤਰ ਬਣਾਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ ਇੱਕ ਸਿੱਖ ਨੇ ਭਾਈ ਲਾਲ ਸਿੰਘ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਇੱਕ ਦਿਨ ਸ਼ਰਨ ਦੇ ਵਿੱਚ ਆਏ, ਤੇ ਸ਼ਰਨ ਦੇ ਵਿੱਚ ਆਏ ਜਿਸ ਵੇਲੇ ਤੇ ਭੇਟਾ ਲੈ ਕੇ ਆਏ ਇੱਕ ਢਾਲ ਬਣਾ ਕੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਢਾਲ ਰੱਖੀ, ਤੇ ਢਾਲ ਰੱਖ ਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਹ ਢਾਲ ਬਣਾ ਕੇ ਲੈ ਕੇ ਆਇਆ। ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਇਹਨੂੰ ਤੋਸ਼ਖਾਨੇ 'ਚ ਰੱਖ ਦਿਓ। ਸਤਿਗੁਰੂ ਮਹਾਰਾਜ ਤੁਸੀਂ ਆਹ ਢਾਲ ਦੇਖੀ ਨਹੀਂ ਚੰਗੀ ਤਰ੍ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਲਾਲ ਸਿਆਂ ਇਸ ਢਾਲ 'ਚ ਕੀ ਖਾਸੀਅਤ? ਜਿਹੜਾ ਕਹਿੰਦੇ ਕਿ ਇਹ ਢਾਲ ਜਿਹੜੀ ਸਤਿਗੁਰੂ ਮੈਂ ਬਣਾਈ ਹੈ ਨਾ, ਮੇਰੇ ਨਾਲ ਕਾਰੀਗਰ ਲੱਗੇ, ਮੈਨੂੰ 6 ਮਹੀਨੇ ਦਾ ਸਮਾਂ ਲੱਗਿਆ, ਤੇ ਇਹ ਢਾਲ ਮੈਂ ਗੈਂਡੇ ਦੀ ਖੱਲ ਤੋਂ ਬਣਾ ਕੇ ਲਿਆਂਦੀ ਆ। ਸਤਿਗੁਰੂ ਮਹਾਰਾਜ ਨੇ ਕਿਹਾ ਫਿਰ ਖਾਸੀਅਤ? ਕਹਿੰਦੇ ਸਤਿਗੁਰੂ ਮਹਾਰਾਜ ਇਹਦੇ ਵਿੱਚੋਂ ਗੋਲੀ ਨਹੀਂ ਲੰਘ ਸਕਦੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ ਲੰਘ ਸਕਦੀ ਹੈ, ਗੋਲੀ ਦੀ ਕਿਹੜੀ ਗੱਲ ਹੈ? ਕਹਿੰਦਾ ਨਹੀਂ ਸਤਿਗੁਰੂ ਮਹਾਰਾਜ ਮੈਂ ਪਰਖੀ ਹੋਈ ਹੈ, ਇਹਦੇ ਥਾਣੇ ਗੋਲੀ ਨਹੀਂ ਲੰਘ ਸਕਦੀ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਲੰਘਾ ਸਕਦੇ ਹਾਂ। ਕਹਿੰਦਾ ਨਹੀਂ ਸਤਿਗੁਰੂ ਮਹਾਰਾਜ ਲੰਘਣੀ ਨਹੀਂ, ਬਿਲਕੁਲ ਨਹੀਂ ਲੰਘਣੀ ਇਹਦੇ ਵਿੱਚੋਂ। ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਅੱਜ ਸਿੱਖ ਦੇ ਮਨ ਦੇ ਵਿੱਚ ਨਾ ਉਹ ਹੰਕਾਰ ਦਾ ਬੀਜ ਕਿਤੇ ਪੁੰਗਰ ਨਾ ਜਾਵੇ। ਸਤਿਗੁਰੂ ਮਹਾਰਾਜ ਕਹਿੰਦੇ ਲਾਲ ਸਿਆਂ ਫਿਰ ਢਾਲ ਅੱਜ ਨਾ ਤੋਸ਼ੋਖਾਨੇ 'ਚ ਨਹੀਂ ਰੱਖਣੀ, ਇਹ ਢਾਲ ਨੂੰ ਤੂੰ ਲੈ ਜਾ ਤੇ ਕੱਲ ਨੂੰ ਲੈ ਕੇ ਆਏ, ਤੇ ਦਰਬਾਰ ਜਦੋਂ ਲੱਗਿਆ ਹੋਇਆ ਨਾਲੇ ਸੰਗਤ ਤੇਰੀ ਪ੍ਰਸ਼ੰਸਾ ਕਰੇਗੀ, ਤੇਰੀ ਢਾਲ ਦੀ ਪਰਖ ਹੋ ਜਾਵੇਗੀ। ਉਹਨੇ ਢਾਲ ਫੜੀ, ਕੱਪੜੇ ਦੇ ਵਿੱਚ ਲਵੇਟੀ, ਘਰੇ ਵਾਪਸ ਆ ਗਿਆ। ਜਦੋਂ ਘਰੇ ਪਹੁੰਚਿਆ ਤੇ ਘਰ ਵਾਲੀ ਵੀ ਗੁਰਮਤਿ ਦੇ ਰੰਗ ਦੇ ਵਿੱਚ ਰੰਗੀ ਹੋਈ ਸੀ। ਉਹਨੇ ਦੇਖਿਆ, ਕਹਿੰਦੀ ਆ ਕੀ ਲੈ ਕੇ ਆਏ ਹੋ? ਕਹਿੰਦਾ ਢਾਲ। ਤੇ ਕਹਿੰਦੀ ਇਹ ਤਾਂ ਤੁਸੀਂ ਭੇਟਾ ਦੇਣ ਗਏ ਸੀ ਗੁਰੂ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਵਾਪਸ ਕਿਉਂ ਲੈ ਆਏ? ਕਹਿੰਦੇ ਮੈਂ ਭੇਟਾ ਦੇਣ ਗਿਆ ਸੀ, ਮੈਂ ਸਤਿਗੁਰੂ ਮਹਾਰਾਜ ਨੂੰ ਦੱਸਿਆ ਕਿ ਇਹ ਢਾਲ ਬੜੀ ਵਧੀਆ ਬਣਾਈ ਹੈ, ਮੈਂ ਮਿਹਨਤ ਬਹੁਤ ਕੀਤੀ ਆ, ਇਹਦੇ ਵਿੱਚੋਂ ਗੋਲੀ ਨਹੀਂ ਲੰਘ ਸਕਦੀ। ਤੇ ਕਹਿੰਦੇ ਗੁਰੂ ਸਾਹਿਬ ਮੇਰੀ ਗੱਲ 'ਤੇ ਯਕੀਨ ਹੀ ਨਹੀਂ ਸੀ ਕਰਦੇ ਪਏ। ਕਹਿੰਦੇ ਨਹੀਂ ਲੰਘ ਜਾਣੀ ਹੈ। ਤੇ ਮੈਂ ਕਿਹਾ ਚਲੋ ਪਰਖ ਕਰਕੇ ਦੇਖ ਲਿਓ। ਤੇ ਸਤਿਗੁਰੂ ਮਹਾਰਾਜ ਨੇ ਭੇਜਤਾ, ਕਹਿੰਦੇ ਜਾਂ ਲੈ ਜਾ ਕੱਲ੍ਹ ਨੂੰ ਲੈ ਕੇ ਆਈ, ਪਰਖ ਕਰਾਂਗੇ। ਘਰ ਵਾਲੀ ਕਹਿੰਦੀ ਭਲਿਆ ਮਾਨਸਾ ਕੀ ਕਰਕੇ ਆਇਆ? ਹਰਨ ਭਰਨ ਜਾਂਕਾ ਨੇਤਰ ਫੋਰ, ਉਹਦੀ ਇੱਕ ਅੱਖ ਦੇ ਝਮੱਕੇ ਦੇ ਨਾਲ ਕਹਿੰਦੇ ਆ ਧਰਤੀਆਂ ਦੁਬਾਰਾ ਬਣ ਸਕਦੀਆਂ ਤੇ ਨਾਸ਼ ਹੋ ਸਕਦੀਆਂ, ਤੇ ਤੂੰ ਉਸ ਗੁਰੂ ਨੂੰ ਵੰਗਾਰ ਕੇ ਆਇਆ ਕਿ ਸਤਿਗੁਰੂ ਮਹਾਰਾਜ ਢਾਲ ਥਾਣੇ ਗੋਲੀ ਨਹੀਂ ਲੰਘਣੀ। ਕਹਿ ਲੱਗੇ ਆ ਵੈਸੇ ਤੁਸੀਂ ਗਲਤ ਕਰਕੇ ਆਏ ਤੇ। ਜਦੋਂ ਟੇਕ ਕੇ ਬੰਦਾ ਕਈ ਵਾਰੀ ਗੁਨਾਹ ਕਰ ਲੈਂਦਾ ਹੈ, ਤੇ ਜਦੋਂ ਬਾਅਦ ਵਿੱਚ ਸੋਚੇ ਤੇ ਚੇਤਾ ਜ਼ਰੂਰ ਆਉਂਦਾ ਹੈ ਕਿ ਨਹੀਂ ਆ ਮੈਂ ਕੀਤੀ ਤੇ ਗਲਤੀ ਸੀ। ਆਮ ਤੌਰ 'ਤੇ ਵੀ ਅਸੀਂ ਇੱਦਾਂ ਹੀ ਦੇਖਦੇ ਹਾਂ ਕਿ ਬੰਦਾ ਕਰ ਲਏਗਾ ਗੁੱਸੇ 'ਚ, ਕਿਸੇ ਨੂੰ 2-4 ਬੋਲ ਆਏਗਾ ਤੇ ਘਰੇ ਆ ਕੇ ਸੋਚੇਗਾ ਨਹੀਂ ਆ ਕੀਤਾ ਤੇ ਮੈਂ ਮਾੜਾ ਹੀ, ਵੈਸੇ ਕਰਨਾ ਨਹੀਂ ਸੀ ਚਾਹੀਦਾ ਇੱਦਾਂ, ਪਰ ਮੁੜ ਕੇ ਹੰਕਾਰ ਝੁਕਣ ਨਹੀਂ ਦਿੰਦਾ। ਕਹਿੰਦਾ ਨਾ ਝੁਕੀ ਨਾ, ਜੇ ਤੂੰ ਕਹਿ ਆ ਤੂੰ ਕਹਿ ਇਹੀ ਗੱਲ ਜੋ ਮੈਂ ਕਹਿ ਤਾ ਉਹੀ ਸੱਚ ਆ। ਕਹਿੰਦੇ ਉੱਥੇ ਫਿਰ ਘਰ ਵਾਲੀ ਨੇ ਕਿਹਾ, ਕਹਿੰਦਾ ਹੁਣ ਕਰੀਏ ਕੀ? ਕਹਿੰਦੇ ਗੁਰੂ ਸਾਹਿਬ ਨੇ ਕਿਹਾ ਕਿ ਇਨ ਪੰਚਨ ਮਹਿ ਮੇਰੋ ਵਾਸਾ। ਗੁਰੂ ਸਾਹਿਬ ਨੇ ਕਿਹਾ ਸੀ ਪੰਜਾਂ ਦੇ ਵਿੱਚ ਮੇਰਾ ਵਾਸਾ ਹੈ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਇੱਕ ਸਿੱਖ ਦੋਇ ਸਾਧ ਸੰਗ ਪੰਚੀ ਪਰਮੇਸ਼ਰ। ਪੰਜਾਂ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਕਹਿੰਦੀ ਸੋਧਰ ਦਾ ਟਾਈਮ ਹੋਣ ਲੱਗਾ ਹੈ ਤੇ ਤੁਸੀਂ ਪੰਜ ਗੁਰਮੁਖ ਪਿਆਰੇ ਭਜਨੀਕ ਗੁਰੂ ਕੇ ਪਿਆਰ ਵਾਲੇ ਸਿੱਖ ਲੈ ਕੇ ਆਓ। ਪੰਜ ਸਿੱਖ, ਐਵੇਂ ਨਹੀਂ ਕਿ ਇੱਧਰੋਂ ਉੱਧਰੋਂ। ਅੱਜ ਤੇ ਕਈ ਵਾਰੀ ਇੱਦਾਂ ਹੀ ਹੁੰਦਾ ਨਾ ਕਿ ਜਿਹਨੂੰ ਥੋੜ੍ਹਾ ਜਿਹਾ ਕਿਤੇ ਮਾਨ ਸਨਮਾਨ ਮਿਲਦਾ ਉਹ ਆਪਣਾ ਹੀ ਧੜਾ ਵੱਖਰਾ ਬਣਾ ਕੇ ਕਹਿੰਦਾ ਅਸੀਂ ਪੰਜ ਹੋ ਗਏ। ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਵਨਾ ਵਾਲਾ ਹੋਵੇ। ਪੰਜ ਸਿੱਖ ਲੈ ਕੇ ਆਂਦੇ, ਭਾਵਨਾ ਵਾਲੇ ਸੀ, ਬਾਣੀ ਪੜ੍ਹਨ ਵਾਲੇ ਸੀ। ਪ੍ਰਸ਼ਾਦਾ ਛਕਾਇਆ ਉਹਨਾਂ ਨੂੰ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਵਿੱਚ ਅਰਦਾਸ, ਸਿੱਧੇ ਸ਼ਬਦ ਕਹਿ ਦਿੱਤੇ। ਕਹਿਣ ਲੱਗੇ, ਭਾਈ ਸਾਹਿਬ ਜੀ ਮੇਰੀ ਬੇਨਤੀ ਹੈ, ਮੈਂ ਤਾਂ ਹੰਕਾਰ ਦੇ ਵਿੱਚ ਗੁਰੂ ਸਾਹਿਬ ਨੂੰ ਆਹ ਕਹਿ ਕੇ ਆਇਆ, ਕਿਰਪਾ ਕਰੇ ਔਰ ਮੇਰੀ ਇੱਜ਼ਤ ਰਹਿ ਜੇ ਤੇ ਗੋਲੀ ਨਾ ਲੰਘੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨ। ਹੰਕਾਰ ਵੀ ਮੈਂ ਨਹੀਂ ਕਰਦਾ ਕਿ ਨਹੀਂ ਨਿਕਲ ਸਕਦੀ, ਗੁਰੂ ਕੱਢ ਸਕਦਾ ਹੈ, ਪਰ ਹੁਣ ਮੈਨੂੰ ਪਛਤਾਵਾ ਇਸ ਗੱਲ ਦਾ। ਸਿੱਖਾਂ ਨੇ ਅਰਦਾਸ ਕੀਤੀ। ਅਗਲੇ ਦਿਨ ਲੈ ਕੇ ਗਿਆ ਢਾਲ, ਤੇ ਹੁਣ ਢਾਲ ਲੈ ਕੇ ਤੇ ਹੁਣ ਕੱਲ੍ਹ ਵਾਲਾ ਅੱਖਾਂ ਦੇ ਵਿੱਚ ਉਹ ਜੋਸ਼ ਨਹੀਂ। ਹੁਣ ਅੱਖਾਂ ਨਾ ਝੁਕਦੀਆਂ ਪਈਆਂ, ਗੁਰੂ ਨੂੰ ਮਿਲਾ ਨਹੀਂ ਹੁੰਦੀਆਂ, ਵੇਖਿਆ ਨਹੀਂ ਜਾਂਦਾ ਗੁਰੂ ਵੱਲੇ, ਬਾਰ-ਬਾਰ ਨੀਵੀਂ ਪਾਉਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ, ਲਾਲ ਸਿੰਘ ਢਾਲ ਬਾਹਰ ਕੱਢ। ਕੱਪੜੇ 'ਚ ਢਾਲ ਬਾਹਰ ਕੱਢੀ। ਸਤਿਗੁਰੂ ਕਹਿੰਦੇ ਨੇ, ਫੜ ਕੇ ਖੜਾ ਹੋ ਜਾ ਢਾਲ। ਸਿੱਖਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਜਾਓ ਬੰਦੂਕ ਲੈ ਕੇ ਆਓ। ਬੰਦੂਕ ਲੈ ਕੇ ਆਂਦੀ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਸਿੱਖ ਨੂੰ ਕਿਹਾ, ਕਹਿੰਦੇ ਗੋਲੀ ਚਲਾ ਢਾਲ ਦੇ ਉੱਪਰ। ਸਿੱਖ ਨੇ ਗੋਲੀ ਚਲਾਈ ਤੇ ਢਾਲ ਦੇ ਵਿੱਚੋਂ ਗੋਲੀ ਨਾ ਲੰਘੀ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਿਰ ਕਿਹਾ, ਕਹਿਣ ਲੱਗੇ ਸਿੱਖਾ ਗੋਲੀ ਚਲਾ। ਦੂਸਰੀ ਵਾਰੀ ਗੋਲੀ ਚਲਾਈ ਤੇ ਗੋਲੀ ਫੇਰ ਨਾ ਲੰਘੀ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਹਿ ਲਿਆ, ਬੰਦੂਕ ਸਾਨੂੰ ਫੜਾ। ਹੁਣ ਲਾਲ ਸਿੰਘ ਮਨ ਕਰਕੇ ਡਰਦਾ ਪਿਆ ਕਿ ਬੰਦੂਕ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਹੱਥ ਹੋਵੇ ਤੇ ਗੁਰੂ ਤਾਂ ਹੱਥ ਰੱਖੇਗਾ ਕਿਸੇ ਦੇ ਸਿਰ ਤੇ ਭਾਵੇਂ ਉਹ ਨਾਗਨੀਆਂ ਦੇ ਨਾਲ ਮੜਿਆ ਕਿਉਂ ਨਾ ਹੋਵੇ, ਉਹਦੇ ਸਿਰ ਦੇ ਵਿੱਚੋਂ ਵੀ ਨਾਗਨੀਆਂ ਪਾਰ ਹੋ ਜਾਂਦੀਆਂ ਨੇ। ਤੇ ਗੁਰੂ ਦੀ ਹੱਥ ਦੀ ਸਮਰੱਥਾ ਨੂੰ ਮੈਂ ਨਹੀਂ ਪਰਖ ਸਕਦਾ, ਨਾ ਮੈਂ ਚੱਲ ਸਕਦਾ। ਹੁਣ ਮਨ ਦੇ ਵਿੱਚ ਅਰਦਾਸ ਕਰਦਾ, ਸਤਿਗੁਰੂ ਮਹਾਰਾਜ ਮੇਰੀ ਲਾਜ ਰੱਖ ਲਿਓ। ਹੁਣ ਗੁਰੂ ਲਾਜ ਵੇਖੋ ਕਿਵੇਂ ਰੱਖ ਲੈਂਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਜਦੋਂ ਬੰਦੂਕ ਤਾਂਹ ਕੀਤੀ, ਨਿਸ਼ਾਨਾ ਲਾਉਣ ਲੱਗੇ ਤੇ ਸਤਿਗੁਰੂ ਮਹਾਰਾਜ ਨੇ ਬੰਦੂਕ ਉਸ ਵੇਲੇ ਨਾਲ ਹੀ ਜ਼ਮੀਨ ਨੂੰ ਲਾ ਦਿੱਤੀ, ਥੱਲੇ ਕਰ ਦਿੱਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਢਾਲ ਰੱਖ ਦਿਓ ਵੀ, ਤੋਸ਼ੂਖਾਨੇ 'ਚ ਰੱਖ ਦਿਓ। ਲਾਲ ਸਿੰਘ ਮਨ ਦੇ ਨਾਲ, ਸ਼ਰਧਾ ਦੇ ਨਾਲ ਮਨ ਝੁਕ ਗਿਆ, ਸਤਿਗੁਰੂ ਮਹਾਰਾਜ ਨੇ ਮੇਰੀ ਲਾਜ ਰੱਖੀ ਹੈ। ਸਿੱਖਾਂ ਨੇ ਪੁੱਛਿਆ, ਸਤਿਗੁਰੂ ਮਹਾਰਾਜ ਤੁਸੀਂ ਕਹਿੰਦੇ ਸੀ ਕਿ ਗੋਲੀ ਚਲਾਈਏ ਤੇ ਆਰ ਪਾਰ ਹੋ ਸਕਦੀ, ਤੇ ਬੰਦੂਕ ਫੜੀ ਤੇ ਨਿਸ਼ਾਨਾ ਕਿਉਂ ਨਹੀਂ ਲਾਇਆ? ਕਹਿਣ ਲੱਗੇ, ਮੈਂ ਨਿਸ਼ਾਨਾ ਕੀ ਲਾਵਾਂ, ਅੱਗੇ ਪੰਜ ਆ ਕੇ ਖਲੋਤੇ ਹੋਏ ਨੇ। ਉਹ ਢਾਲ ਦੇ ਅੱਗੇ ਪੰਜਾਂ ਦੀ ਅਰਦਾਸ ਖਲੋਤੀ ਹੋਈ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਜਿੱਥੇ ਅਰਦਾਸ ਖਲੋਤੀ ਹੋਵੇ, ਜਿੱਥੇ ਪੰਜ ਸਿੰਘ ਖਲੋਤੇ ਹੋਵੇ ਨਾ, ਉਹਨਾਂ ਦਾ ਸਿਧਾਂਤ ਖਲੋਤਾ ਹੋਵੇ, ਕਹਿੰਦੇ ਉੱਥੇ ਕਿਵੇਂ ਨਿਸ਼ਾਨਾ ਲੱਗ ਸਕਦਾ ਹੈ? ਸਿੱਖ ਦੀ ਅਰਦਾਸ ਸੀ ਕਿ ਸਤਿਗੁਰੂ ਮਹਾਰਾਜ ਲਾਜ ਰੱਖ ਲਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਉਸ ਸਿੱਖ ਦੀ ਲਾਜ ਰੱਖ ਲਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਪਰਮੇਸ਼ਰ ਬੰਤ ਬਣਾਈ, ਉਸ ਮਾਲਕ ਨੇ ਐਸੀ ਨਾ ਬੰਤਰ ਬਣਾਈ ਹੋਈ ਹੈ ਕਿ ਜਿਹੜਾ ਤੇ ਉਹਦੀ ਸੰਗਤ ਦੇ ਵਿੱਚ ਆ ਜਾਂਦਾ ਹੈ, ਜਿਹੜਾ ਸ਼ਰਨ ਦੇ ਵਿੱਚ ਆਉਂਦਾ ਹੈ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਫਿਰ ਡੋਲਤ ਕਤਹੂ ਨਾਹੀ, ਉਹ ਡੋਲ ਨਹੀਂ ਸਕਦਾ। ਗੁਰਬਾਣੀ 'ਚ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ। ਕਿਸੇ ਮੈਂ ਆਮ ਜੀ ਥਾਂ ਦਾ ਸਹਾਰਾ ਨਹੀਂ ਲਿਆ, ਮੈਂ ਪਹਾੜ ਦਾ ਸਹਾਰਾ ਲਿਆ ਹੈ। ਮੇਰ ਦੇ ਅਰਥ ਹੁੰਦੇ ਨੇ ਪਹਾੜ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਨਵੇ। ਨਾ ਤੁਸੀਂ ਡੋਲਦੇ ਹੋ ਤੇ ਨਾ ਅਸੀਂ ਡਿੱਗਾਂਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਉਸ ਪਰਮਾਤਮਾ ਨੇ ਨਾ ਇਹ ਬਿੱਦ ਬਣਾਈ ਹੈ, ਇਹ ਉਸ ਦੀ ਕਿਰਪਾ ਵਰਤਦੀ ਹੈ। ਤੇ ਜਿਹੜਾ ਉਸ ਦੀ ਸ਼ਰਨ ਸੰਗਤ ਦੇ ਵਿੱਚ ਆਉਂਦਾ ਹੈ, ਫਿਰ ਡੋਲਤ ਕਤਹੂ ਨਾਹੀ, ਉਹ ਫਿਰ ਡੋਲਦਾ ਨਹੀਂ। ਸਾਚੇ ਸਾਹਿਬ ਸਿਓ ਮਨ ਮਾਨਿਆ। ਹੁਣ ਸਾਚੇ ਦੇ ਅਰਥ ਹੁੰਦੇ ਨੇ ਕਿ ਵਾਹਿਗੁਰੂ। ਗੁਰਬਾਣੀ 'ਚ ਜਦੋਂ ਸੱਚ ਸ਼ਬਦ ਆਉਂਦਾ, ਸਾਚ ਸ਼ਬਦ ਆਉਂਦਾ, ਸਾਚੇ ਸ਼ਬਦ ਆਉਂਦਾ ਹੈ, ਉਹਦੇ ਅਰਥ ਹੁੰਦੇ ਨੇ ਕਿ ਵਾਹਿਗੁਰੂ ਦੇ ਨਾਲ। ਸਾਚੇ ਸਾਹਿਬ ਸਿਓ ਮਨ ਮਾਨਿਆ, ਉਸ ਸੱਚੇ ਮਾਲਕ ਦੇ ਬਚਨਾਂ ਦੇ ਨਾਲ, ਉਹਦੇ ਬੋਲਾਂ ਦੇ ਨਾਲ, ਉਸ ਦੀ ਹਸਤੀ ਦੇ ਨਾਲ ਹੁਣ ਮੇਰਾ ਮਨ ਜਿਹੜਾ ਹੈ ਉਹ ਪਸੀਜ ਗਿਆ ਹੈ। ਔਰ ਉਸ ਪਰਮਾਤਮਾ ਦੀ ਹੁਣ ਕਿਰਪਾ ਐਸੀ ਹੈ ਕਿ ਹਰ ਸਰਬ ਨਿਰੰਤਰ ਜਾਣਿਆ, ਨਿਰੰਤਰ ਲਗਾਤਾਰ ਇੱਕ ਰਸ।
उस परमात्मा नूं निरअंतर उन्हां दे अंदर सर्ब दे अंदर सतगुरु महाराज पातशाह कहंदे ने हार सर्ब निरंतर। हुण कोई भी ऐसी हस्ती नहीं, हस्ती कीटी तिरलो आदन एक अखंडस बसे अनादन। गुरु गोबिंद सिंह महाराज पातशाह कहंदे ने हाथी तो लैके कीड़ी तक, पहाड़ तो लैके तीले तक कोई भी ऐसी थां नहीं जिथे वो रब नहीं वसदा पिया। हस्ती कीटी तिरलो आदन एक अखंडस बसे अनादन। और लगातार हर थां ते ये नहीं कि अज इहदे विच है ते कल दूसरे विच होवेगा। हर वेले हर समय हर थां ते वो आप मौजूद रहिंदा है। हर सर्ब निरंतर जानिया उस परमात्मा नूं हर थां ते व्यापक जान लिया है। रहाओ विश्राम सतगुरु महाराज दे के अगे कृपा करते ने। सब जी तेरे दयाला हे मालिक हे वाहिगुरु जी, जो कुछ क्रिएशन असी देखते हैं, जो कुछ असी आकार देखते हैं, जो कुछ असी विस्तार देखते पे हैं, हे मालिक जी ये सब तेरे ही पैदा किए हुए ने। तू दयाल है, तेरे पैदा किए हुए ने। सतगुरु महाराज कहते अपने भगत करहे प्रतिपाला। हुण सारियां दे उत्ते दया तू करदा है, पर ਜਿਹੜੇ तेरे भगत ने उन्हां ते तू खास कृपा रखदा है, उन्हां दी तू आप प्रतिपालना करदा है जिवें माँ बच्चे की पालना करती पई है। सतगुरु गुरु अर्जन देव महाराज पातशाह जी दे असीं बचन पढ़ते हैं, चतुर दिशा कीनो बल अपना। हुण कहंदे ने चार दिशावां ने, उत्तर दक्षिण पूर्व पश्चिम, ते तेरी ताकत तेरा हुक्म चारे दिशां दे विच वरतदा पिया है। चतुर दिशा कीनो बल अपना, सिर उपर कर धारिओ। पर जेड़े तेरे अपने हो गए, जेड़े तेरे अगे झुक गए जां तेरी संगत दे विच रह गए, तेरी शरण विच आ गए, तेरी कृपा तेरा हुक्म सारे पासे वरतदा है, पर उन्हां दे सिर ते तू अपना हथ दे के रख लेना है। सिर उपर कर धारिओ, कृपा कटाख अवलोकन कीनो, दास का दुख बिदारिओ। सतगुरु महाराज कहंदे ने अपने भगत करहे प्रतिपाला, जिहड़े तेरे भगत बने प्रहलाद वर्गे थंम उपाड़ के भी तू उन्हां दी राखी कीती। बाबा बिधि चंद साहब बल दे भट्ठ दे विच बैठे ही ते उत्थे भी उन्हां नूं सेक नहीं सी लगन दिता। सतगुरु महाराज पातशाह जी कहंदे ने कि तू अपनिਆਂ दी प्रतिपालना करदा है, अचरज तेरी वडियाई। अचरज हुंदी है विस्मात करन वाली, हैरान कर देण वाली, जिन्हों देख के बंदा हैरान कुंजे हो जाता। विस्मात दे विच पहुँच के ये शब्द एक वाह शब्द भी ये भी अचरज है। वाह कह सकते हैं, पर उनके तो अगे होर कुछ नहीं कहा जा सकता कि होया किवें, किवें कीता, किन्ने कीता, ये सोचण की क्षमता अंदरों खत्म हो जाती है। सतगुरु कहते हैं अचरज तेरी वडियाई, तेरी महिमा वडियाई तेरी अचरज रूप है, नित नानक नाम ध्याई। ऐसे मालिक जिहड़ा सारिਆਂ ते दया करन वाला है, अपने भगतां दी प्रतिपालना करन वाला है, जिस दी वडियाई अगमी है, महिमा कहन तो परे है, अकथ कहानी है। सतगुरु गुरु अर्जन देव महाराज पातशाह कहते हैं नित, नित का मतलब है कि हर समय नानक नाम ध्याई, उनका नाम जपी ताकि जीवन सफला हो जाए। आगे सुख मेरे मीता, पाछे आनंद प्रभ कीता। गुरु कृपा करे जीवन आनंदमई सुखमई होए। आया सफल, बैठिया सफल, सुनिया सफल हो जाए। बोलदियां होइयां बेअंत भुलां दी खिमा। बुलाओ फतेह आखो जी। वाहिगुरू जी का खालसा, वाहिगुरू।